ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬਰੁਣ ਕੌਰ ਮਾਨ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਤੇ ਪਹਿਲਾਂ ਚੁਣਵੀਆਂ ਖਬਰਾਂ। ਵੁਹਾਨ ਲੈਬ ਚੋਂ ਨਿਕਲਿਆ ਕਰੋਨਾ। ਯੂਕੇ ਵਿੱਚ ਰਹਿਣ ਲਈ ਅਰਜ਼ੀ ਦੇਣ ਦੀ ਆਖਰੀ ਤਾਰੀਖ 30 ਜੂਨ ਨਿਰਧਾਰਿਤ। ਗੁਰਦੁਆਰਾ ਸਾਹਿਬ ਬਰਾੜਸ਼ਾਹ ਰੋਡ ਵਿਖੇ ਕੋਵਿਡ-19 ਵੈਕਸੀਨ ਕੈਂਪ ਆਯੋਜਿਤ। ਇਟਲੀ ਨੇ ਭਾਰਤ, ਬੰਗਲਾਦੇਸ਼ ਤੇ ਸ਼੍ਰੀਲੰਕਾ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ 'ਚ 21 ਜੂਨ ਤੱਕ ਕੀਤਾ ਵਾਧਾ। ਭਾਰਤੀ ਅਮਰੀਕੀ ਨਰਸ ਨੂੰ 20 ਸਾਲ ਦੀ ਸਜ਼ਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੋਰੋਨਾ ਵਾਇਰਸ ਦੀ ਉਤਪਤੀ ਹੋਣ ਬਾਰੇ ਸਵਾਲਾਂ ਦੇ ਜਵਾਬ ਦੁਨੀਆ ਭਰ ਦੇ ਵਿਗਿਆਨੀ ਲੱਭ ਰਹੇ ਹਨ। ਹੁਣ ਇੱਕ ਨਵੇਂ ਅਧਿਐਨ ਵਿੱਚ ਦਾਅਵੇ ਨਾਲ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਦੀ ਉਸੇ ਲੈਬ ਵਿੱਚ ਬਣਿਆ ਸੀ ਜਿਸ ਤੇ ਦੁਨੀਆ ਨੂੰ ਸ਼ੱਕ ਹੈ। ਰਿਪੋਰਟ ਮੁਤਾਬਕ ਬ੍ਰਿਟਿਸ਼ ਪ੍ਰੋਫੈਸਰ ਐਂਗੂਸ ਅਤੇ ਨਾਰਵੇ ਦੇ ਵਿਗਿਆਨੀ ਡਾਕਟਰ ਬਰਡਰ ਨੇ ਅਧਿਐਨ ਵਿੱਚ ਪਾਇਆ ਹੈ ਕਿ ਚੀਨ ਨੇ ਕੋਰੋਨਾ ਨੂੰ ਲੁਕਾਉਣ ਲਈ ਰੈਟਰੋ ਇੰਜੀਨੀਅਰਿੰਗ ਦੇ ਕਾਗਜ਼ ਤਿਆਰ ਕੀਤੇ ਅਤੇ ਦੁਨੀਆ ਨੂੰ ਧੋਖੇ ਵਿੱਚ ਰੱਖਿਆ। ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਖਿਲਾਫ ਵੈਕਸੀਨ ਬਣਾਉਣ ਦੌਰਾਨ ਵਿਗਿਆਨੀਆਂ ਨੂੰ ਕੁਝ ਫਿੰਗਰਪ੍ਰਿੰਟਸ ਦਿਸੇ ਜੋ ਵਾਇਰਸ ਵਿੱਚ ਸਨ, ਜਿਸ ਨੇ ਇਹ ਸੰਕੇਤ ਦਿੱਤਾ ਕਿ ਵਾਇਰਸ ਕਿਸੇ ਲੈਬ ਤੋਂ ਆਇਆ ਹੈ। ਹੁਣ ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਜਨਤਕ ਤੌਰ ਤੇ ਕੋਰੋਨਾ ਦੀ ਉਤਪਤੀ ਦੀ ਜਾਂਚ ਦੀ ਗੱਲ ਕਹੀ ਹੈ, ਉਦੋਂ ਦੁਨੀਆ ਦੇ ਕਈ ਦੇਸ਼ ਇਸ ਵੱਲ ਰੁਖ ਕਰ ਰਹੇ ਹਨ। ਬਾਈਡਨ ਦਾ ਐਲਾਨ ਉਦੋਂ ਆਇਆ ਸੀ ਜਦੋਂ ਵਾਈਟ ਹਾਊਸ ਨੂੰ ਦਿੱਤੀ ਗਈ ਇੱਕ ਇੰਟੈਲੀਜੈਂਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਨਵੰਬਰ 2019 ਵਿੱਚ ਵੁਹਾਨ ਲੈਬ ਦੇ ਕੁਝ ਕਰਮਚਾਰੀਆਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਸਨ। ਉਸ ਦੇ ਕੁਝ ਸਮੇਂ ਬਾਅਦ ਹੀ ਕੋਰੋਨਾ ਦੇ ਦੁਨੀਆ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ। ਇੰਨਾ ਹੀ ਨਹੀਂ, ਅਮਰੀਕਾ ਦੇ ਸਿਹਤ ਅਧਿਕਾਰੀ ਵੀ ਇਸ ਦੌਰਾਨ ਨਿਸ਼ਾਨੇ ਤੇ ਆਏ ਹਨ ਕਿਉਂਕਿ ਇਹ ਪਾਇਆ ਗਿਆ ਹੈ ਵੁਹਾਨ ਵਿੱਚ ਰਿਸਰਚ ਲਈ ਕੁਝ ਇਨਵੈਸਟਮੈਂਟ ਉਹਨਾਂ ਵੱਲੋਂ ਵੀ ਕੀਤੀ ਗਈ ਸੀ। ਪਰ ਇਸ ਦੌਰਾਨ ਜਿਹੜਾ ਤਾਜ਼ਾ ਅਧਿਐਨ ਸਾਹਮਣੇ ਆਇਆ ਹੈ ਉਸ ਵਿੱਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦਾ ਜਨਮ ਇੱਕ ਲੈਬ ਵਿੱਚ ਹੋਇਆ ਹੈ। ਇਹ ਕੋਈ ਕੁਦਰਤੀ ਢੰਗ ਨਾਲ ਪੈਦਾ ਹੋਇਆ ਵਾਇਰਸ ਨਹੀਂ। ਇਹ ਅਧਿਐਨ ਪੂਰੇ 22 ਪੇਜ ਦਾ ਹੈ ਜਿਸ ਵਿੱਚ ਵੁਹਾਨ ਲੈਬ ਦੀ ਪੂਰੀ ਕੁੰਡਲੀ ਹੈ। ਦਾਅਵੇ ਮੁਤਾਬਕ ਸਾਲ 2002 ਤੋਂ 2019 ਦੇ ਵਿਚਕਾਰ ਵੁਹਾਨ ਲੈਬ ਵਿੱਚ ਕੀ ਹੋਇਆ ਉਸ ਦਾ ਪੂਰਾ ਵੇਰਵਾ ਇਸ ਰਿਪੋਰਟ ਵਿੱਚ ਤਿਆਰ ਕੀਤਾ ਗਿਆ ਜੋ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੇ ਖੁਲਾਸੇ ਕਰ ਸਕਦਾ ਹੈ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੁਨੀਆ ਦੇ ਸਾਹਮਣੇ ਦਸੰਬਰ 2019 ਵਿੱਚ ਆਇਆ ਸੀ। ਉਸ ਮਗਰੋਂ ਹੀ ਹੁਣ ਤੱਕ ਦੁਨੀਆ ਵਿੱਚ ਇਸਨੇ ਭਾਰੀ ਤਬਾਹੀ ਮਚਾਈ ਹੈ। ਯੂਕੇ ਦੁਆਰਾ ਯੂਰੋਪੀਅਨ ਯੂਨੀਅਨ ਨਾਲ ਆਪਣਾ ਨਾਤਾ ਤੋੜਨ ਦੇ ਬਾਅਦ ਯੂਰਪ ਨਿਵਾਸੀਆਂ ਲਈ ਯੂਕੇ ਵਿੱਚ ਰਹਿਣ ਲਈ ਅਰਜ਼ੀ ਦੇਣ ਦੀ ਆਖਰੀ ਤਾਰੀਖ 30 ਜੂਨ ਨਿਰਧਾਰਿਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸਕਾਟਲੈਂਡ ਦੇ ਯੂਰਪ ਮਾਮਲਿਆਂ ਨਾਲ ਸੰਬੰਧਿਤ ਮੰਤਰੀ ਨੇ ਗ੍ਰਹਿ ਦਫ਼ਤਰ ਨੂੰ ਯੂਰੋਪੀਅਨ ਸੈਟਲਮੈਂਟ ਯੋਜਨਾ ਲਈ ਮਿਤੀ ਵਧਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਸਕਾਟਲੈਂਡ ਵਿੱਚ ਹਜ਼ਾਰਾਂ ਯੋਗ ਵਿਅਕਤੀਆਂ ਨੇ ਇਸ ਲਈ ਅਜੇ ਅਪਲਾਈ ਨਹੀਂ ਕੀਤਾ। ਸਕਾਟਲੈਂਡ ਦੀ ਮੰਤਰੀ ਜੇਨੀ ਗਿਲਰੂਥ ਅਨੁਸਾਰ 30 ਜੂਨ ਦੀ ਸਮਾਂ ਸੀਮਾ ਦੇ ਪੂਰਾ ਹੋਣ ਤੱਕ ਜੇਕਰ ਸਕਾਟਲੈਂਡ ਵਿੱਚ ਰਹਿੰਦੇ ਹਜ਼ਾਰਾਂ ਯੂਰੋਪੀਅਨ ਲੋਕ ਅਰਜ਼ੀ ਦੇਣ ਵਿੱਚ ਅਸਫਲ ਰਹਿੰਦੇ ਹਨ ਤਾਂ ਇਹ ਉਹਨਾਂ ਲਈ ਚੰਗਾ ਨਹੀਂ ਹੋਵੇਗਾ। ਯੂਰੋਪੀ ਲੋਕਾਂ ਦੀ ਰਿਹਾਇਸ਼ ਲਈ ਸੈਂਕੜੇ ਅਰਜ਼ੀਆਂ ਪਿੱਛੇ ਚੱਲ ਰਹੀਆਂ ਹਨ ਜਿਸ ਲਈ ਅਗਲੇ ਮਹੀਨੇ ਦੇ ਅੰਤ ਵਿੱਚ ਸੈਂਕੜੇ ਹਜ਼ਾਰਾਂ ਯੂਰੋਪੀਅਨ ਨਾਗਰਿਕਾਂ ਨੂੰ ਸੰਭਾਵਿਤ ਤੌਰ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਸੰਬੰਧੀ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਸੈਟਲਮੈਂਟ ਸਟੇਟਸ ਲਈ 5.4 ਮਿਲੀਅਨ ਅਰਜ਼ੀਆਂ ਦਿੱਤੀਆਂ ਗਈਆਂ ਜਿਨ੍ਹਾਂ ਵਿੱਚੋਂ 4.9 ਮਿਲੀਅਨ ਤੋਂ ਵੱਧ ਨੂੰ ਮਨਜ਼ੂਰੀ ਦਿੱਤੀ ਗਈ। ਗਿਲਰਥ ਅਨੁਸਾਰ ਜੇਕਰ ਯੂਰੋਪੀਅਨ ਯੂਨੀਅਨ ਦੇ ਨਾਗਰਿਕ ਲਈ 30 ਜੂਨ ਦੀ ਆਖਰੀ ਮਿਤੀ ਤੱਕ EUSS ਲਾਗੂ ਨਹੀਂ ਕਰਦੇ ਤਾਂ ਉਹਨਾਂ ਦਾ ਜੀਵਨ ਬਦਲ ਜਾਵੇਗਾ। ਉਹ ਕੰਮ ਕਰਨ, ਅਧਿਐਨ ਕਰਨ, ਲਾਭਾਂ ਦਾ ਦਾਅਵਾ ਕਰਨ, ਕਾਰ ਚਲਾਉਣ ਜਾਂ ਬੈਂਕ ਖਾਤਾ ਖੋਲਣ ਦੇ ਯੋਗ ਨਹੀਂ ਹੋਣਗੇ। ਇਸ ਲਈ ਸਕਾਟਲੈਂਡ ਪ੍ਰਸ਼ਾਸਨ ਵੱਲੋਂ ਦੇਸ਼ ਵਿੱਚ ਰਹਿੰਦੇ ਹਜ਼ਾਰਾਂ ਯੋਗ ਯੂਰੋਪੀ ਨਾਗਰਿਕਾਂ ਲਈ ਯੂਕੇ ਸਰਕਾਰ ਨੂੰ 30 ਜੂਨ ਦੀ ਆਖਰੀ ਤਰੀਕ ਵਧਾਉਣ ਦੀ ਮੰਗ ਕੀਤੀ ਗਈ ਹੈ। ਅਮਰੀਕਾ ਵਿੱਚ ਕੋਵਿਡ-19 ਦੀ ਵੈਕਸੀਨ ਸਥਾਨਕ ਵਸਨੀਕਾਂ ਨੂੰ ਜੰਗੀ ਪੱਧਰ ਤੇ ਲਗਾਈ ਜਾ ਰਹੀ ਹੈ। ਇਸ ਲੜੀ ਤਹਿਤ ਗੁਰਦੁਆਰਾ ਸਾਹਿਬ ਬਰਾੜਸ਼ਾਹ ਰੋਡ ਸੈਕਰਾਮੈਂਟੋ ਵਿਖੇ ਇੱਕ ਵੈਕਸੀਨ ਕੈਂਪ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਸਿੱਖਸ ਫਾਰ ਹਿਊਮੈਨਿਟੀ ਵੱਲੋਂ ਲਗਾਏ ਇਸ ਵੈਕਸੀਨ ਕੈਂਪ ਵਿੱਚ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਉਤਸ਼ਾਹ ਦਿਖਾਇਆ। ਇਸ ਸੰਸਥਾ ਵੱਲੋਂ ਰਜਿੰਦਰ ਸਿੰਘ ਟਾਂਡਾ ਅਤੇ ਕੁਲਦੀਪ ਸਿੰਘ ਕੰਗ ਨੇ ਆਪਣੀ ਸੇਵਾ ਬਾਖੂਬੀ ਨਿਭਾਈ। ਫਾਈਜ਼ਰ ਕੰਪਨੀ ਦੀ ਵੈਕਸੀਨ ਲਾਉਣ ਲਈ ਪੂਰਾ ਸਟਾਫ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਹੋਇਆ ਸੀ। ਕੈਂਪ ਦੌਰਾਨ
12 ਸਾਲ ਤੋਂ ਉੱਪਰ ਉਮਰ ਦੇ ਹਰ ਵਰਗ ਨੂੰ ਵੈਕਸੀਨ ਲਗਾਈ ਗਈ। ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਇਸ ਵੈਕਸੀਨ ਕੈਂਪ ਵਿੱਚ ਸਿੱਖ ਭਾਈਚਾਰੇ ਤੋਂ ਇਲਾਵਾ ਅਮਰੀਕਾ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਵੀ ਵਿਸ਼ੇਸ਼ ਤੌਰ ਤੇ ਵੈਕਸੀਨ ਲਗਵਾਉਣ ਲਈ ਇੱਥੇ ਪਹੁੰਚੇ। ਸਿਕਸ ਫॉर ਹਿਊਮੈਨਿਟੀ ਹੁਣ ਤੱਕ 30,000 ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਵਾਉਣ ਵਿੱਚ ਮਦਦ ਕਰ ਚੁੱਕੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਟੀਚਾ ਹੈ ਕਿ 4 ਜੁਲਾਈ ਤੋਂ ਪਹਿਲਾਂ ਲੋਕ ਇਹ ਵੈਕਸੀਨ ਲਗਵਾ ਲੈਣ ਤਾਂ ਕਿ ਇਹ ਮਹਾਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਬਰਾੜਸ਼ਾਹ ਰੋਡ ਵਿਖੇ ਅੱਜ ਇੱਕ ਕੋਵਿਡ-19 ਵੈਕਸੀਨੇਟ ਦਾ ਕੈਂਪ ਲਾਇਆ ਜਾ ਰਿਹਾ। ਸਿਕਸ ਫॉर ਹਿਊਮੈਨਿਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ। ਬਹੁਤ ਸਾਰੇ ਲੋਕ ਜਿਹੜੇ ਆਲਰੇਡੀ ਇੱਕ ਵੀ 10 ਵਜੇ ਦਾ ਟਾਈਮ ਸੀ, ਲੰਮੀਆਂ ਲਾਈਨਾਂ ਜਿਹੜੀਆਂ ਉਹ ਲੱਗ ਚੁੱਕੀਆਂ। ਲੋਕਾਂ ਵਿੱਚ ਉਤਸ਼ਾਹ ਆ ਕਿਉਂਕਿ ਸਾਡੇ ਜਿਵੇਂ ਪ੍ਰੈਜ਼ੀਡੈਂਟ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਵੀ ਇਹ ਕਿਹਾ ਕਿ ਸਾਡਾ 4 ਜੁਲਾਈ ਤੋਂ ਪਹਿਲਾਂ ਟਾਰਗੇਟ ਜਿਹੜਾ ਹੈ ਉਹ ਅਸੀਂ ਪੂਰਾ ਕਰਨਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਟ ਜਿਹੜੀ ਆ ਉਹ ਹੋ ਜਾਵੇ ਤਾਂ ਕਿ ਜਿਹੜੀ ਇਹ ਮਹਾਮਾਰੀ ਆ ਇਹ ਖਤਮ ਕੀਤੀ ਜਾਵੇ। ਇਹ ਸਭ ਤੋਂ ਵਧੀਆ ਗੱਲ ਆ ਕਿ ਸਿੱਖ ਜਿਹੜੇ ਆ ਉਹ ਅੱਗੇ ਆਏ ਆ। ਉਹਨਾਂ ਨੇ ਵੀ ਇਹ ਉਪਰਾਲਾ ਕੀਤਾ ਕਿ ਅਸੀਂ ਵੀ ਇਸ ਦੇਸ਼ ਵਿੱਚ ਰਹਿੰਦੇ ਆ, ਇਸ ਦੇਸ਼ ਦੀ ਪ੍ਰਗਤੀ ਵਿੱਚ ਆਪਣਾ ਹਿੱਸਾ ਪਾਈਏ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਗੁਰਦੁਆਰਾ ਸਾਹਿਬ ਬਰਾੜਸ਼ਾਹ ਰੋਡ ਸੈਕਰਾਮੈਂਟੋ ਇੱਥੇ ਸਿਕਸ ਫॉर ਹਿਊਮੈਨਿਟੀ ਵੱਲੋਂ ਵੈਕਸੀਨੇਸ਼ਨ ਕੈਂਪ ਜਿਹੜਾ ਲਾਇਆ ਜਾ ਰਿਹਾ। ਸਾਡਾ ਇਸ ਏਰੀਆ ਦੇ ਵਿੱਚ ਇਹ ਪਹਿਲਾ ਕੈਂਪ ਹੈ। ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ ਸਾਡਾ ਦਿਲੋਂ ਧੰਨਵਾਦ ਅਸੀਂ ਕਰਦੇ ਹਾਂ ਤਾਂ ਕਿ ਜਿਹੜਾ ਕਿ ਸਾਨੂੰ ਉਹਨਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ। ਔਰ ਇਸ ਤੋਂ ਪਹਿਲਾਂ ਸਿਕਸ ਫॉर ਹਿਊਮੈਨਿਟੀ ਜਿਹੜੀ ਹੈ ਉਹ ਫਰੀਮਾਂਟ, ਸਟਾਕਟਨ, ਮੰਟੀਕਾ, ਟ੍ਰੇਸੀ ਔਰ ਹੋਰ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ, ਲੋਹੜੇ ਗੁਰੂ ਘਰਾਂ ਦੇ ਵਿੱਚ ਅਲੱਗ-ਅਲੱਗ ਕੋਈ 30,000 ਤੋਂ ਉੱਪਰ ਵੈਕਸੀਨੇਸ਼ਨ ਦਾ ਅਰੇਂਜਮੈਂਟ ਕਰਵਾ ਚੁੱਕੀ ਹੈ। ਸੋ ਸਾਡਾ ਜਿੱਥੇ ਪਹਿਲੀ ਔਰ ਦੂਜੀ ਵੈਕਸੀਨ ਜਿਹੜੀ ਡੋਜ਼ ਹੈ ਉਹ ਅਸੀਂ ਲੈ ਕੇ ਅੱਜ ਲੋਕਾਂ ਦੇ ਵਾਸਤੇ ਇੱਥੇ ਹਾਜ਼ਰ ਹੋਏ ਹਾਂ। ਸੋ ਸਾਨੂੰ ਆਸ ਹੈ ਕਿ ਸ਼ਾਮ ਤੱਕ ਕਾਫੀ ਸਾਨੂੰ ਭਰਮਾ ਹੁੰਗਾਰਾ ਮਿਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਗੁਰਦੁਆਰਾ ਬਰਾੜਸ਼ਾਹ ਰੋਡ ਸੈਕਰਾਮੈਂਟੋ ਪਹੁੰਚੇ ਹਾਂ ਸਿੱਖ ਫॉर ਹਿਊਮੈਨਿਟੀ ਵੱਲੋਂ। ਅਸੀਂ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਵੀ ਸਿੱਖ ਫॉर ਹਿਊਮੈਨਿਟੀ ਏਰੀਏ 'ਚ ਸਟਾਕਟਨ ਜਾਂ ਹੋਰ ਜਗ੍ਹਾ ਤੇ ਜਿਹੜੀ ਹੈਗੀ ਹੈ ਵੈਕਸੀਨ ਆਪਣੀ ਜਿਹੜੀ ਲਾ ਰਹੀ ਹੈਗੀ ਹੈ। ਫ੍ਰੀ ਵੈਕਸੀਨ ਹੈਗੀ ਹੈ ਤੇ ਅਸੀਂ ਆਲਮੋਸਟ 14,000 ਤੋਂ ਉੱਪਰ ਜਿਹੜੀ ਹੈ ਵੈਕਸੀਨ ਹੈਗੀ ਹੈ ਲਗਾ ਚੁੱਕੇ ਹੈਗੇ। ਸੰਗਤ ਅੱਜ ਵੀ ਅਸੀਂ ਇੱਥੇ ਪਹੁੰਚੇ ਹਾਂ ਤਾਂ ਅੱਜ ਸੰਗਤ ਘੁੰਮ ਕੇ ਆ ਰਹੀ ਹੈ। ਆਪਣੀ ਕਮਿਊਨਿਟੀ, ਹੋਰ ਕਮਿਊਨਿਟੀਆਂ ਵੀ ਸਾਰੀਆਂ ਇੱਥੇ ਆ ਰਹੀਆਂ ਹੈਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਰਾੜਸ਼ਾਹ ਗੁਰਦੁਆਰਾ ਸਾਹਿਬ ਵੱਲੋਂ, ਸਾਰੀ ਕਮੇਟੀ ਵੱਲੋਂ, ਸਮੂਹ ਸਾਧ ਸੰਗਤ ਵੱਲੋਂ ਸਿਕਸ ਫॉर ਹਿਊਮੈਨਿਟੀ ਜਿਨ੍ਹਾਂ ਨੇ ਅੱਜ ਇੱਥੇ ਕੋਵਿਡ-19 ਦੀ ਵੈਕਸੀਨ ਸੰਗਤ ਨੂੰ ਦਿੱਤੀ ਆਣ ਕੇ ਉਹਨਾਂ ਦੇ ਟੀਕੇ ਲਾਏ ਆ ਤੇ ਅੱਜ ਤੋਂ 3 ਹਫ਼ਤੇ ਬਾਅਦ ਉਹਦੀ ਸੈਕਿੰਡ ਡੋਜ਼ ਲਾਉਣ ਵਾਸਤੇ ਉਹਨਾਂ ਆਉਣ ਵਾਸਤੇ ਪਹਿਲਾਂ ਹੀ ਸਾਰਾ ਸਕੈਜੂਲ ਬਣਾ ਲਿਆ। ਅਸੀਂ ਇਸ ਸਿਕਸ ਫॉर ਹਿਊਮੈਨਿਟੀ ਦਾ ਜਿਹੜਾ ਧੰਨਵਾਦ ਕਰਦੇ ਹਾਂ ਸਾਰੇ ਭਰਾ ਤੇ ਉਹਨਾਂ ਦਾ ਜਿਹੜਾ ਪੂਰਨ ਸਹਿਯੋਗ ਕਰਦੇ ਹਾਂ। ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹ ਜਿਹੜੇ ਵੀ ਪ੍ਰੋਗਰਾਮ ਲਿਖਣਗੇ ਸੰਗਤ ਦੀ ਸਹੂਲਤ ਵਾਸਤੇ, ਸੰਗਤ ਦੇ ਵਾਸਤੇ, ਉਹਦੇ ਵਿੱਚ ਅਸੀਂ ਬਰਾੜਸ਼ਾਹ ਗੁਰੂ ਘਰ ਵੱਲੋਂ ਉਹਨਾਂ ਦਾ ਨਾਲ ਪੂਰਾ ਸਹਿਯੋਗ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਅਗਲੀ ਟਰਮ 'ਚ ਜੇ ਕਿਸੇ ਨੇ ਵੈਕਸੀਨ ਲਵਾਉਣਾ ਹੋਵੇ, ਗੁਰਦੁਆਰਾ ਸਾਹਿਬ ਦਾ ਐਡਰੈਸ ਕੀ ਹੈ ਜੀ? ਅਗਲੀ ਆਪਣੇ ਬਰਾੜਸ਼ਾਹ ਗੁਰੂ ਘਰ ਦਾ ਐਡਰੈਸ ਹੈਗਾ ਜੀ 7676 ਬਰਾੜਸ਼ਾਹ ਰੋਡ, ਸੈਕਰਾਮੈਂਟੋ, ਕੈਲੀਫੋਰਨੀਆ। ਤੇ ਬਰਾੜਸ਼ਾਹ ਗੁਰੂ ਘਰ ਦਾ ਫੋਨ ਨੰਬਰ ਹੈਗਾ ਜੀ 9166883020। ਇਟਲੀ ਨੇ ਆਪਣੇ ਦੇਸ਼ ਅੰਦਰ ਕਾਫੀ ਹੱਦ ਤੱਕ ਕੋਰੋਨਾ ਵਾਇਰਸ ਮਹਾਮਾਰੀ ਤੇ ਕਾਬੂ ਪਾ ਲਿਆ ਹੈ, ਪਰ ਫਿਰ ਵੀ ਇਟਲੀ ਸਰਕਾਰ ਇਸ ਬਿਮਾਰੀ ਨੂੰ ਦੇਖਦੇ ਹੋਏ ਗੰਭੀਰ ਫੈਸਲੇ ਲੈ ਰਹੀ ਹੈ। ਇਟਲੀ ਦੇ ਸਿਹਤ ਮੰਤਰੀ ਵੱਲੋਂ ਭਾਰਤ, ਬੰਗਲਾਦੇਸ਼ ਅਤੇ ਸ੍ਰੀਲੰਕਾ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੇ ਮੱਦੇਨਜ਼ਰ ਇਹਨਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਪਹਿਲਾਂ ਤੋਂ ਹੀ ਲਗਾਈ ਹੋਈ ਪਾਬੰਦੀ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ। ਇਟਲੀ ਸਰਕਾਰ ਵੱਲੋਂ ਹੁਣ 21 ਜੂਨ 2021 ਤੱਕ ਇਸ ਪਾਬੰਦੀ ਨੂੰ ਵਧਾ ਦਿੱਤਾ ਗਿਆ ਹੈ। ਇਟਲੀ ਦੇ ਸਿਹਤ ਮੰਤਰੀ ਵੱਲੋਂ ਪਹਿਲਾਂ ਇਹ ਪਾਬੰਦੀ 30 ਮਈ ਤੱਕ ਲਾਗੂ ਕੀਤੀ ਗਈ ਸੀ। ਹਾਲਾਂਕਿ ਇਟਲੀ ਸਰਕਾਰ ਦੇ ਇਸ ਫੈਸਲੇ ਤੋਂ ਪ੍ਰਭਾਵਿਤ ਭਾਰਤੀ ਜੋ ਪਿਛਲੇ ਕਾਫੀ ਸਮੇਂ ਤੋਂ ਭਾਰਤ ਵਿੱਚ ਆਏ ਹੋਏ ਹਨ, ਉਹਨਾਂ ਦੀਆਂ ਪਰੇਸ਼ਾਨੀਆਂ ਵਿੱਚ ਹੋਰ ਜ਼ਿਆਦਾ ਵਾਧਾ ਹੋ ਗਿਆ ਹੈ ਕਿਉਂਕਿ ਕਈ ਭਾਰਤੀਆਂ ਦੀ ਨਿਵਾਸ ਆਗਿਆ ਖਤਮ ਹੋ ਚੁੱਕੀਆਂ ਹਨ ਜਾਂ ਖਤਮ ਹੋਣ ਵਾਲੀਆਂ ਹਨ। ਉਹਨਾਂ ਨੂੰ ਕਿਤੇ ਨਾ ਕਿਤੇ ਇਟਲੀ ਵਾਪਸ ਪਰਤਣ ਸਮੇਂ ਆਉਣ ਵਾਲੀਆਂ ਪਰੇਸ਼ਾਨੀਆਂ ਸਤਾ ਰਹੀਆਂ ਹਨ।
ਪਿਛਲੇ ਸਾਲ ਵੀ ਕਰੋਨਾ ਮਹਾਮਾਰੀ ਕਾਰਨ ਆਪਣੇ ਸਾਕ ਸੰਬੰਧੀਆਂ ਨੂੰ ਭਾਰਤ ਮਿਲਣ ਗਏ ਇਟਲੀ ਦੇ ਭਾਰਤੀ ਕਾਫੀ ਮੁਸ਼ਕਿਲ ਨਾਲ ਮਹਿੰਗੇ ਭਾਅ ਦੀਆਂ ਟਿਕਟਾਂ ਲੈ ਇਟਲੀ ਪਹੁੰਚੇ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਹ ਫਲਾਈਟਾਂ ਚੱਲਣਗੀਆਂ, ਕਿਉਂਕਿ ਕਈ ਭਾਰਤੀ ਜੋ ਇਸ ਸਮੇਂ ਭਾਰਤ ਇਟਲੀ ਤੋਂ ਆਏ ਹਨ, ਉਹਨਾਂ ਦੇ ਮਕਾਨ ਦੇ ਕਿਰਾਏ, ਬਿਜਲੀ, ਪਾਣੀ ਦੇ ਬਿੱਲ ਵੀ ਹਰ ਮਹੀਨੇ ਆ ਰਹੇ ਨੇ, ਜੋ ਉਹਨਾਂ ਨੂੰ ਮਜਬੂਰੀ ਵਸ ਚੱਲਣੇ ਪੈ ਰਹੇ ਨੇ। ਤੇ ਦੂਸਰੀ ਵੱਡੀ ਮੁਸੀਬਤ, ਜਦੋਂ ਇਹ ਫਲਾਈਟਾਂ ਖੁੱਲਣਗੀਆਂ ਤਾਂ ਕਿਤੇ ਇਟਲੀ ਤੋਂ ਆਏ ਭਾਰਤੀਆਂ ਨੂੰ ਵਾਪਸ ਆਉਣ ਲਈ ਇਹ ਟਿਕਟਾਂ ਮਹਿੰਗੇ ਮੁੱਲ ਦੀਆਂ ਨਾ ਖਰੀਦਣੀਆਂ ਪੈਣ। ਇੱਕ ਭਾਰਤੀ ਅਮਰੀਕੀ ਨਰਸ ਨੂੰ ਅਮਰੀਕਾ ਵਿੱਚ ਸਿਹਤ ਦੇਖਭਾਲ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਭੂਮਿਕਾ ਲਈ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਅਤੇ 5.2 ਕਰੋੜ ਡਾਲਰ ਤੋਂ ਵੱਧ ਦਾ ਹਰਜਾਨਾ ਭਰਨ ਦਾ ਆਦੇਸ਼ ਦਿੱਤਾ। ਟੈਕਸਾਸ ਦੇ ਨਾਰਦਰਨ ਡਿਸਟ੍ਰਿਕਟ ਦੇ ਕਾਰਜਕਾਰੀ ਅਮਰੀਕੀ ਅਟਾਰਨੀ ਪ੍ਰੇਰਕ ਸ਼ਾਹ ਦੱਸਿਆ ਕਿ ਤ੍ਰਿਵਕਾਰਮ ਰੈਡੀ ਨੇ ਅਕਤੂਬਰ 2020 ਵਿੱਚ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦਾ ਅਪਰਾਧ ਕਬੂਲ ਲਿਆ ਹੈ। ਉਸ ਤੇ ਮੈਡੀਕੇਅਰ ਅਤੇ ਨਿੱਜੀ ਬੀਮਾ ਪ੍ਰਦਾਤਾਵਾਂ ਨੂੰ ਧੋਖਾ ਦੇਣ ਲਈ ਇੱਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ ਅਤੇ ਉਸ ਨੂੰ 25 ਮਈ ਨੂੰ ਸਜ਼ਾ ਸੁਣਾਈ ਗਈ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਨਰਸ ਦੇ ਤੌਰ ਤੇ ਕੰਮ ਕਰ ਰਹੇ ਰੈਡੀ ਨੇ ਕਈ ਬੀਮਾ ਕੰਪਨੀਆਂ ਨਾਲ ਧੋਖਾਧੜੀ ਕਰਨ ਲਈ ਇੱਕ ਸਾਜ਼ਿਸ਼ ਰਚੀ। ਵਕੀਲਾਂ ਨੇ ਦੱਸਿਆ ਕਿ ਰੈਡੀ ਨੇ 6 ਡਾਕਟਰਾਂ ਦੇ ਨੰਬਰਾਂ ਦੀ ਵਰਤੋਂ ਕਰਕੇ ਮਰੀਜ਼ਾਂ ਦੇ ਫਰਜ਼ੀ ਬਿੱਲ ਬਣਾਏ ਅਤੇ ਇਹ ਦਾਅਵਾ ਕੀਤਾ ਕਿ ਉਕਤ ਡਾਕਟਰ ਇਹਨਾਂ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ, ਜਦਕਿ ਉਹਨਾਂ ਨੇ ਕਦੇ ਉਹਨਾਂ ਦਾ ਇਲਾਜ ਨਹੀਂ ਕੀਤਾ। ਪਾਕਿਸਤਾਨ ਵਿੱਚ ਆਪਣੇ ਘਰ ਤੋਂ ਅਗਵਾ ਕੀਤਾ ਗਿਆ ਸਿੱਖ ਨੌਜਵਾਨ 3 ਮਹੀਨੇ ਬਾਅਦ ਦੇਸ਼ ਦੇ ਉੱਤਰ ਪੱਛਮ ਸਥਿਤ ਖੈਬਰ ਪਖਤੂਨਖਵਾ ਸੂਬੇ ਦੇ ਇੱਕ ਪਿੰਡ ਵਿੱਚ ਮਿਲਿਆ। ਅਗਵਾਕਾਰਾਂ ਨੇ ਕੁੱਟ-ਕੁੱਟ ਕੇ ਉਸ ਦੀ ਬੁਰੀ ਹਾਲਤ ਕਰ ਦਿੱਤੀ ਹੈ। ਮਾਮਲੇ ਵਿੱਚ ਨਾਮਜ਼ਦ ਇੱਕ ਮਹਿਲਾ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 20 ਸਾਲਾ ਅਵਿਨਾਸ਼ ਸਿੰਘ ਨੂੰ ਪੇਸ਼ਾਵਰ ਕੈਂਟ ਤੇ ਗੁਲਬਰਗ ਇਲਾਕੇ ਤੋਂ 28 ਫਰਵਰੀ ਨੂੰ ਅਗਵਾ ਕੀਤਾ ਗਿਆ ਸੀ। ਉਹ ਸ਼ੁੱਕਰਵਾਰ ਨੂੰ ਕੋਹਾਟ ਜ਼ਿਲ੍ਹੇ ਦੇ ਲਾਚੀ ਤਹਿਸੀਲ ਦੇ ਕੋਲ ਇੱਕ ਪਿੰਡ ਵਿੱਚ ਪਾਇਆ ਗਿਆ। ਗੰਭੀਰ ਹਾਲਤ ਵਿੱਚ ਉਸ ਨੂੰ ਪੇਸ਼ਾਵਰ ਸਥਿਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅਗਵਾਕਾਰਾਂ ਦੀ ਕੁੱਟ ਨਾਲ ਨੌਜਵਾਨ ਬੇਸੁੱਧ ਹੋ ਚੁੱਕਾ ਹੈ। ਪਿਛਲੇ ਮਹੀਨੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਪੇਸ਼ਾਵਰ ਸ਼ਹਿਰ ਵਿੱਚ ਇਸ ਦੇ ਵਿਰੋਧ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਸੀ। ਨਿਊਜ਼ੀਲੈਂਡ ਦੇ ਕੈਂਟਬਰੀ ਖੇਤਰ ਵਿੱਚ ਤੇਜ਼ ਮੀਂਹ ਨਾਲ ਹੜ੍ਹ ਆ ਗਿਆ ਹੈ। ਹੜ੍ਹ ਕਾਰਨ ਫਸੇ ਸੈਂਕੜੇ ਲੋਕਾਂ ਨੂੰ ਸੋਮਵਾਰ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਬਚਾਅ ਮੁਹਿੰਮ ਦੌਰਾਨ ਕੁਝ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਕੱਢਿਆ ਗਿਆ। ਅਧਿਕਾਰੀਆਂ ਨੇ ਵੀਕਐਂਡ ਅਤੇ ਸੋਮਵਾਰ ਨੂੰ ਕੁਝ ਥਾਵਾਂ ਤੇ 40 ਸੈਂਟੀਮੀਟਰ ਮੀਂਹ ਪੈਣ ਮਗਰੋਂ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕੀਤੀ ਹੈ। ਮੌਸਮ ਅਧਿਕਾਰੀਆਂ ਨੇ ਸੋਮਵਾਰ ਸ਼ਾਮ ਤੱਕ ਭਾਰੀ ਮੀਂਹ ਹੋਣ ਦਾ ਅਨੁਮਾਨ ਜਤਾਇਆ। ਸੈਨਾ ਨੇ 50 ਤੋਂ ਵੱਧ ਲੋਕਾਂ ਨੂੰ ਕੱਢਣ ਵਿੱਚ ਮਦਦ ਕੀਤੀ। ਇਸ ਦੌਰਾਨ NH-90 ਮਿਲਟਰੀ ਹੈਲੀਕਾਪਟਰ ਜ਼ਰੀਏ ਰਾਤ ਦੇ ਸਮੇਂ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਸੈਨਾ ਨੇ ਜਨਸੰਪਰਕ ਅਧਿਕਾਰੀ ਕੈਪਟਨ ਸੇਖ ਫੇਬਰ ਨੇ ਦੱਸਿਆ ਕਿ ਦਾਰਫੀਲਡ ਸ਼ਹਿਰ ਵਿੱਚ ਰੁਕ ਤੇ ਚੜੇ ਇੱਕ ਵਿਅਕਤੀ ਨੇ ਹੜ੍ਹ ਦੇ ਪਾਣੀ ਵਿੱਚ ਛਾਲ ਮਾਰ ਦਿੱਤੀ ਸੀ ਤੇ ਤੈਰ ਕੇ ਸੁਰੱਖਿਅਤ ਬਾਹਰ ਆਉਣਾ ਚਾਹੁੰਦਾ ਸੀ, ਪਰ ਉਹ ਹੜ੍ਹ ਦੇ ਪਾਣੀ ਵਿੱਚ ਰੁੜ ਗਿਆ। ਸੈਨਾ ਦੇ ਹੈਲੀਕਾਪਟਰ ਦੀ ਮਦਦ ਨਾਲ ਉਸ ਦਾ ਪਤਾ ਲਗਾਇਆ ਗਿਆ ਅਤੇ ਉਸ ਨੂੰ ਹੜ੍ਹ ਦੇ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਹੜ੍ਹ ਦੀ ਸਥਿਤੀ ਦੀ ਸਮੀਖਿਆ ਲਈ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੀ ਸੋਮਵਾਰ ਨੂੰ ਕ੍ਰਾਈਸਟਚਰਚ ਦਾ ਦੌਰਾ ਕਰਨ ਦੀ ਯੋਜਨਾ ਹੈ। ਨਾਈਜੀਰੀਆ ਦੇ ਉੱਤਰੀ ਰਾਜ ਨਾਈਜਰ ਸਟੇਟ ਵਿੱਚ ਇੱਕ ਸਲਹੂ ਟੈਂਗੋ ਇਸਲਾਮਿਕ ਸਕੂਲ ਦੇ ਕਰੀਬ 200 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਗਿਆ। ਇਸ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਨਾਈਜੀਰੀਆ ਦੇ ਮੀਡੀਆ ਸੰਗਠਨਾਂ ਅਤੇ ਟੀਵੀ ਚੈਨਲਾਂ ਦੀਆਂ ਖਬਰਾਂ ਵਿੱਚ ਅਗਵਾ ਬੱਚਿਆਂ ਦੀ ਗਿਣਤੀ 200 ਦੱਸੀ ਗਈ ਹੈ। ਨਾਈਜਰ ਸਟੇਟ ਪੁਲਿਸ ਬੁਲਾਰੇ ਵਾਈਸੀਯੂ ਅਬਿਦੁਲ ਨੇ ਘਟਨਾ ਦੀ ਪੁਸ਼ਟੀ ਕੀਤੀ, ਭਾਵੇਂ ਕਿ ਉਹਨਾਂ ਨੇ ਅਗਵਾ ਬੱਚਿਆਂ ਦੀ ਗਿਣਤੀ ਨਹੀਂ ਦੱਸੀ। ਉਹਨਾਂ ਨੇ ਕਿਹਾ ਇਸ ਘਟਨਾ ਨੂੰ ਹਥਿਆਰਬੰਦ ਲੋਕਾਂ ਨੇ ਅੰਜਾਮ ਦਿੱਤਾ ਜੋ ਮੋਟਰਸਾਈਕਲ ਤੇ ਸਵਾਰ ਸਨ। ਅਬਿਦੁਲ ਨੇ ਦੱਸਿਆ ਕਿ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਅਗਵਾ ਕਰ ਲਿਆ। ਭਾਰਤੀ ਬੈਂਕਾਂ ਤੋਂ ਕਰੋੜਾਂ ਰੁਪਏ ਦੀ ਧੋਖਾਧੜੀ ਕਰਕੇ ਫਰਾਰ ਚੱਲ ਰਿਹਾ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਕੈਰੀਬੀਆਈ ਦੇਸ਼ ਡੋਮਿਨਿਕਾ ਦੇ ਹਸਪਤਾਲ ਵਿੱਚ ਦਾਖਲ ਹੋ ਗਿਆ ਹੈ। ਮੇਹੁਲ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੈ। ਦੱਸਿਆ ਜਾ ਰਿਹਾ ਹੈ ਕਿ ਮੇਹੁਲ ਚੌਕਸੀ ਨੂੰ ਡੋਮਿਨਿਕਾ ਦੇ ਚਾਈਨਾ ਫਰੈਂਡਸ਼ਿਪ ਹਸਪਤਾਲ ਵਿੱਚ ਲਿਜਾਇਆ ਗਿਆ। ਮੇਹੁਲ ਦੇ ਵਕੀਲ ਨੇ ਵੀ ਆਪਣੇ ਕਲਾਇੰਟ ਦੇ ਹਸਪਤਾਲ ਵਿੱਚ ਦਾਖਲ ਕਰਵਾਏ ਜਾਣ ਦੀ ਪੁਸ਼ਟੀ ਕੀਤੀ। ਪਕੌੜੇ ਕਾਰੋਬਾਰੀ ਦੇ ਇਸ ਤਾਜ਼ਾ ਦਾਅ ਨਾਲ ਉਸ ਦੀ ਜਲਦ ਭਾਰਤ ਹਵਾਲਗੀ ਦੀ ਸੰਭਾਵਨਾ ਘਟ ਗਈ ਹੈ। ਮੇਹੁਲ ਚੌਕਸੀ ਦੇ ਹਸਪਤਾਲ ਕਿਉਂ ਲਿਜਾਇਆ ਗਿਆ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਮੇਹੁਲ ਚੌਕਸੀ ਨੂੰ ਅਗਵਾ ਕਰਨ ਵਿੱਚ ਸ਼ਾਮਲ ਰਹੇ 2 ਭਾਰਤੀ ਏਜੰਟ ਹੁਣ ਡੋਮਿਨਿਕਾ ਤੋਂ ਬਾਹਰ ਚਲੇ ਗਏ ਹਨ।
ਭਵਿੱਖ ਵਿੱਚ ਜਦੋਂ ਤੁਸੀਂ ਵਿਦੇਸ਼ ਯਾਤਰਾ ਕਰੋਗੇ ਤਾਂ ਤੁਹਾਡੇ ਕੋਲ ਬੋਰਡਿੰਗ ਪਾਸ, ਸੂਟਕੇਸ, ਪਾਸਪੋਰਟ ਅਤੇ ਨਾਲ ਹੀ ਵੈਕਸੀਨ ਪਾਸਪੋਰਟ ਹੋਣਾ ਜ਼ਰੂਰੀ ਹੋਵੇਗਾ। ਇਸ ਦਾ ਮੁੱਢਲਾ ਉਦੇਸ਼ ਹੈ ਕਿ ਜਦੋਂ ਲੋਕ ਘੁੰਮਣ ਜਾਂ ਕੰਮ ਦੇ ਮਕਸਦ ਨਾਲ ਦੂਸਰੇ ਦੇਸ਼ਾਂ ਵਿੱਚ ਜਾਣ ਤਾਂ ਉਹਨਾਂ ਨੂੰ ਉੱਥੇ ਲੰਬਾ ਸਮਾਂ ਕੁਆਰੰਟਾਈਨ ਨਾ ਹੋਣਾ ਪਵੇ। ਚੀਨ ਅਤੇ ਜਾਪਾਨ ਵਿਦੇਸ਼ੀ ਯਾਤਰਾ ਲਈ ਆਪੋ ਆਪਣੇ ਪ੍ਰਮਾਣ ਪੱਤਰ ਜਾਰੀ ਕਰਨ ਦੀ ਤਿਆਰੀ ਕਰ ਰਹੇ ਨੇ। ਬ੍ਰਿਟੇਨ ਨੇ ਬੀਤੇ ਹਫ਼ਤੇ ਯਾਤਰਾ ਨਿਯਮਾਂ 'ਚ ਢਿੱਲ ਦਿੰਦੇ ਹੋਏ ਕੌਮੀ ਸਿਹਤ ਸੇਵਾ ਐਪ ਨੂੰ ਅਪਡੇਟ ਕੀਤਾ। ਇਸ ਦੇ ਜ਼ਰੀਏ ਵਿਦੇਸ਼ ਯਾਤਰਾ ਦੌਰਾਨ ਵਿਅਕਤੀ ਦੇ ਟੀਕਾਕਰਨ ਦੀ ਸਥਿਤੀ ਦੀ ਪੁਸ਼ਟੀ ਕੀਤੀ ਜਾ ਸਕੇਗੀ। ਯੂਰੋਪੀਅਨ ਯੂਨੀਅਨ ਵੀ ਇਸੇ ਤਰ੍ਹਾਂ ਇੱਕ ਡਿਜੀਟਲ ਪ੍ਰਮਾਣ ਪੱਤਰ ਤੇ ਕੰਮ ਕਰ ਰਿਹਾ ਹੈ। EU ਦੇ 30 ਮੈਂਬਰ ਦੇਸ਼ਾਂ ਦੇ ਨਾਗਰਿਕਾਂ ਲਈ ਇਹ ਜੂਨ ਦੇ ਅਖੀਰ ਤੱਕ ਉਪਲਬਧ ਹੋਣ ਦੀ ਸੰਭਾਵਨਾ ਹੈ। ਇਸ ਵਿੱਚ ਵਿਅਕਤੀ ਦੇ ਟੀਕਾਕਰਨ ਦੀ ਸਥਿਤੀ ਤੇ ਇਨਫੈਕਟਡ ਹੋਣ ਵਾਲਿਆਂ ਦੇ ਠੀਕ ਹੋਣ ਦੀ ਜਾਣਕਾਰੀ ਦਿੱਤੀ ਜਾਵੇਗੀ। ਪ੍ਰਮਾਣ ਪੱਤਰ ਦੇ ਆਧਾਰ ਤੇ ਉਹ EU ਦੇਸ਼ਾਂ ਵਿਚਕਾਰ ਸਫ਼ਰ ਕਰ ਸਕਣਗੇ। ਟੀਕਿਆਂ ਦੀ ਬਰਾਬਰ ਵੰਡ ਨਾ ਹੋਣ ਸੰਬੰਧੀ ਦਲੀਲ ਦਿੰਦਿਆਂ ਵਿਸ਼ਵ ਸਿਹਤ ਸੰਗਠਨ ਫਿਲਹਾਲ ਟੀਕਾਕਰਨ ਦੇ ਪ੍ਰਮਾਣ ਨੂੰ ਕੌਮਾਂਤਰੀ ਯਾਤਰਾ ਲਈ ਲਾਜ਼ਮੀ ਦਸਤਾਵੇਜ਼ ਬਣਾਏ ਜਾਣ ਦੇ ਹੱਕ ਵਿੱਚ ਨਹੀਂ ਹੈ। ਹਾਲਾਂਕਿ ਉਹ ਸਮਾਰਟ ਵੈਕਸੀਨੇਸ਼ਨ ਸਰਟੀਫਿਕੇਟ ਦੇ ਸੰਬੰਧ ਵਿੱਚ ਅੰਤਰਿਮ ਦਿਸ਼ਾ ਨਿਰਦੇਸ਼ ਬਣਾਉਣ ਦੀ ਤਿਆਰੀ ਜ਼ਰੂਰ ਕਰ ਰਿਹਾ ਹੈ। ਅਮਰੀਕਾ ਵਿੱਚ ਵੱਡੇ ਪੱਧਰ ਤੇ ਕਰੋਨਾ ਟੀਕਾਕਰਨ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਨੇ। ਅਮਰੀਕਾ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਅਮਰੀਕਾ ਦੇ ਜ਼ਿਆਦਾਤਰ ਰਾਜਾਂ ਦਾ ਮੌਸਮ ਵਧੀਆ ਹੈ। ਇਸ ਲਈ 4 ਕਰੋੜ ਅਮਰੀਕੀ ਸੈਲਾਨੀ ਯਾਤਰਾ ਤੇ ਨਿਕਲ ਗਏ ਨੇ। ਉਹਨਾਂ ਸਮੁੰਦਰ ਤੱਟਾਂ, ਇਤਿਹਾਸਿਕ ਅਤੇ ਸੋਹਣੀਆਂ ਥਾਵਾਂ ਤੇ ਸੈਰ ਕਰਦਿਆਂ ਦੇਖਿਆ ਜਾ ਸਕਦਾ ਹੈ। ਹਵਾਈ ਅੱਡਿਆਂ ਤੇ ਹਜ਼ਾਰਾਂ ਲੋਕਾਂ ਦੀ ਭੀੜ ਦੇਖੀ ਜਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ਬਾਹਰ ਨਿਕਲਣ ਦੇ ਲਈ ਮਾਸਕ ਜ਼ਰੂਰੀ ਨਹੀਂ ਹਨ। ਅਮਰੀਕਾ ਵਿੱਚ ਸੋਮਵਾਰ ਨੂੰ ਮੈਮੋਰੀਅਲ ਡੇ ਮਨਾਇਆ ਗਿਆ। ਜਗ੍ਹਾ ਜਗ੍ਹਾ ਇਹ ਉਤਸਵ ਮਨਾਇਆ ਗਿਆ। ਦੱਸ ਦੇਈਏ ਕਿ ਅਮਰੀਕਾ ਦੇ 13.4 ਕਰੋੜ ਯਾਨੀ 40% ਤੋਂ ਜ਼ਿਆਦਾ ਲੋਕ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ। ਜ਼ਿਆਦਾਤਰ ਅਮਰੀਕੀ ਕੈਲੀਫੋਰਨੀਆ ਅਤੇ ਫਲੋਰੀਡਾ ਦੇ ਸੈਰ ਸਪਾਟੇ ਵਾਲੀ ਥਾਵਾਂ ਤੇ ਘੁੰਮਣ ਜਾਂਦੇ ਹਨ। ਇੱਥੇ ਸਮੁੰਦਰ ਕਿਨਾਰੇ ਸਣੇ ਹੋਰ ਥਾਵਾਂ ਤੇ ਭਾਰੀ ਭੀੜ ਦੇਖੀ ਗਈ। ਹਾਲਾਂਕਿ ਇਸ ਵਾਰ ਫਲੋਰੀਡਾ ਵਿੱਚ 90 ਦੇ ਦਹਾਕੇ ਦੀ ਤੁਲਨਾ ਵਿੱਚ ਥੋੜੀ ਜ਼ਿਆਦਾ ਗਰਮੀ ਹੈ। ਏਸ਼ੀਆਈ ਅਮਰੀਕੀ ਭਾਈਚਾਰੇ ਦੇ ਕਈ ਸਮੂਹਾਂ ਦੇ ਸੰਘ ਨੇ ਦ ਨਿਊ ਇੰਗਲੈਂਡ ਅਮਰੀਕਨ ਕੋਲੀਸ਼ਨ ਨੇ ਐਤਵਾਰ ਨੂੰ ਭਾਰਤ ਨੂੰ $10 ਲੱਖ ਦੀ ਕੋਵਿਡ-19 ਮਦਦ ਦੇਣ ਦੀ ਘੋਸ਼ਣਾ ਕੀਤੀ। ਇਨ੍ਹਾਂ ਵਿੱਚ ਭਾਰਤੀ ਅਤੇ ਚੀਨੀ ਸਮੂਹ ਵੀ ਸ਼ਾਮਲ ਹਨ। NEAAC ਨੇ ਇੱਕ ਬਿਆਨ ਵਿੱਚ ਦੱਸਿਆ ਕਿ ਗੈਰ ਸਰਕਾਰੀ ਸੰਗਠਨਾਂ ਸੇਵਾ ਇੰਟਰਨੈਸ਼ਨਲ USA ਅਤੇ ਏਕਲ ਵਿਦਿਆਲੇ ਫਾਊਂਡੇਸ਼ਨ ਭਾਰਤ ਨੂੰ ਗਲੋਬਲ ਮਹਾਮਾਰੀ ਨਾਲ ਨਜਿੱਠਣ ਵਿੱਚ ਮਦਦ ਦੇਣ ਲਈ ਉਹ $10 ਲੱਖ ਦੀ ਰਾਸ਼ੀ ਜੁਟਾਏਗਾ। ਨਿਊ ਇੰਗਲੈਂਡ ਚਾਈਨੀਜ਼ ਅਮਰੀਕੀ ਅਲਾਇੰਸ ਦੇ ਜਾਰਜ ਐਚ ਨੇ ਕਿਹਾ, ਇਸ ਮਨੁੱਖੀ ਸੰਕਟ ਦੌਰਾਨ ਮਦਦ ਕਰਨ ਲਈ ਏਸ਼ੀਆਈ ਅਮਰੀਕੀ ਲੋਕ ਇਕੱਠੇ ਨਾਲ ਆ ਰਹੇ ਹਨ ਅਤੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਨਾਲ ਖੜੇ ਹਨ। ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਫਿਲਹਾਲ ਇਸ ਸੰਘ ਦਾ ਪੂਰਾ ਧਿਆਨ ਸਿਹਤ ਸੰਕਟ ਦੌਰਾਨ ਰਾਹਤ ਪਹੁੰਚਾਉਣ ਤੇ ਹੈ, ਪਰ ਲੰਬੇ ਸਮੇਂ ਦੀ ਮਿਆਦ ਲਈ ਟੀਚੇ ਹਨ। ਏਸ਼ੀਆਈ ਅਮਰੀਕੀ ਲੋਕਾਂ ਦੇ ਇੱਕ ਅਜਿਹੇ ਸਮੂਹ ਦੀ ਨੀਂਹ ਰੱਖਣਾ ਜੋ ਹਰ ਲੋੜ ਮੌਕੇ ਮਦਦ ਕਰ ਸਕੇ। ਕੋਰੋਨਾ ਵਾਇਰਸ ਮਹਾਮਾਰੀ ਦੇ ਵਿੱਚ ਲੰਬੀ ਸੁਸਤੀ ਤੋਂ ਬਾਅਦ ਅਮਰੀਕਾ ਵਿੱਚ ਮਕਾਨ ਖਰੀਦਣ ਵਿੱਚ ਲੋਕਾਂ ਦੀ ਦਿਲਚਸਪੀ ਵਧੀ ਹੈ। ਖਰੀਦਦਾਰ ਵਿਆਜ ਦਰਾਂ ਵਿੱਚ ਗਿਰਾਵਟ ਨਾਲ ਫਾਇਦਾ ਚੁੱਕਣਾ ਚਾਹੁੰਦੇ ਨੇ। ਇਹ ਵੱਡੇ ਸ਼ਹਿਰਾਂ ਵਿੱਚ ਥੋੜੀ ਦੂਰ ਵਸਣ ਦੇ ਲਈ ਤਿਆਰ ਹਨ। ਇਸ ਲਈ ਹੁਣ ਨਵੇਂ ਮਕਾਨਾਂ ਦਾ ਨਿਰਮਾਣ 2006 ਤੋਂ ਬਾਅਦ ਸਭ ਤੋਂ ਜ਼ਿਆਦਾ ਹੋ ਰਿਹਾ ਹੈ। ਵੱਡੇ ਸ਼ਹਿਰਾਂ ਦੇ ਮੁਕਾਬਲੇ ਛੋਟੇ ਸ਼ਹਿਰਾਂ ਵਿੱਚ ਮਕਾਨਾਂ ਦਾ ਨਿਰਮਾਣ ਵਧਿਆ ਹੈ। ਮਕਾਨਾਂ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 11.3% ਵੱਧ ਗਈ ਹੈ। ਕੱਚੇ ਮਾਲ ਅਤੇ ਮਜ਼ਦੂਰੀ ਦੀ ਲਾਗਤ ਵਧਣ ਨਾਲ ਕੀਮਤਾਂ ਵਿੱਚ ਵਾਧਾ ਜਾਰੀ ਹੈ। ਹੁਣ 1 ਸਾਲ ਦੇ ਲੋਕਡਾਊਨ ਅਤੇ ਘਰ ਤੋਂ ਕੰਮ ਕਰਨ ਦੀ ਸੁਵਿਧਾ ਦੇ ਕਾਰਨ ਦਫ਼ਤਰ ਦੇ ਕੋਲ ਰਹਿਣ ਦਾ ਖਿਚਾਅ ਘੱਟ ਹੋ ਗਿਆ ਹੈ। ਇਸ ਨਾਲ ਮਕਾਨਾਂ ਦੇ ਨਿਰਮਾਣ ਦੀ ਨਵੀਂ ਲੜੀ ਸ਼ੁਰੂ ਹੋ ਗਈ। ਨੈਸ਼ਨਲ ਹੋਮ ਬਿਲਡਰਸ ਐਸਓ ਦੇ ਅਨੁਸਾਰ ਪਿਛਲੇ ਸਾਲ ਛੋਟੇ ਸ਼ਹਿਰਾਂ ਅਤੇ ਉਪਨਗਰੀ ਇਲਾਕਿਆਂ ਵਿੱਚ ਨਵੇਂ ਮਕਾਨਾਂ ਦਾ ਨਿਰਮਾਣ 15% ਵਧਿਆ ਹੈ। ਵੱਡੇ ਸ਼ਹਿਰਾਂ ਵਿੱਚ ਇਹ ਵਾਧਾ 10% ਹੈ। ਅਮਰੀਕੀ ਬਿਲਡਰਾਂ ਨੇ ਇਸ ਸਾਲ 11 ਲੱਖ ਸਿੰਗਲ ਫੈਮਿਲੀ ਹੋਮ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਇਹ 2006 ਦੇ ਬਾਅਦ ਸਭ ਤੋਂ ਜ਼ਿਆਦਾ ਹਨ। 2005 ਵਿੱਚ 17 ਲੱਖ ਸਿੰਗਲ ਫੈਮਿਲੀ ਯੂਨਿਟ ਦਾ ਨਿਰਮਾਣ ਹੋਇਆ ਸੀ। ਧਿਆਨ ਰਹੇ 2006 ਵਿੱਚ ਮਕਾਨਾਂ ਦੇ ਨਿਰਮਾਣ ਦੀ ਚੰਗੀ ਰਫ਼ਤਾਰ ਵਿਚਾਲੇ ਹਾਊਸਿੰਗ ਬਾਜ਼ਾਰ ਤਬਾਹ ਹੋ ਗਿਆ ਸੀ। ਮਹਾਮਾਰੀ ਤੋਂ ਬਾਅਦ ਬਿਲਡਰ ਜ਼ਿਆਦਾ ਚੌਕਸ ਹੋ ਗਏ ਹਨ। ਇਸ ਲਈ ਹੁਣ ਇਹ ਮੰਗ ਦੇ ਅਨੁਸਾਰ ਮਕਾਨਾਂ ਦੀ ਸਪਲਾਈ ਨਹੀਂ ਹੋ ਪਾ ਰਹੀ। ਮਾਊਂਟ ਐਵਰੈਸਟ ਫਤਿਹ ਕਰਨ ਵਾਲੇ ਅਮਰੀਕਾ ਦੇ ਸਭ ਤੋਂ ਉਮਰਦਰਾਜ਼ ਵਿਅਕਤੀ ਬਣੇ ਸ਼ਿਕਾਗੋ ਦੇ ਇੱਕ ਸੇਵਾ ਮੁਕਤ ਵਕੀਲ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਭ ਤੋਂ ਤੇਜ਼ ਚੜ੍ਹਾਈ ਕਰਨ ਵਾਲੀ ਔਰਤ ਪਰਬਤਾਰੋਹੀ ਬਣੀ ਹਾਂਗਕਾਂਗ ਦੀ ਇੱਕ ਅਧਿਆਪਕਾ ਐਤਵਾਰ ਨੂੰ ਸੁਰੱਖਿਅਤ ਵਾਪਸ ਪਰਤ ਆਏ। ਦੋਵੇਂ ਮਾਊਂਟ ਐਵਰੈਸਟ ਤੋਂ ਅਜਿਹੇ ਸਮੇਂ ਪਰਤੇ ਹਨ ਜਦੋਂ ਚੜ੍ਹਾਈ ਕਰਨ ਵਾਲੇ ਦਲ ਖਰਾਬ ਮੌਸਮ ਤੇ ਕਰੋਨਾ ਵਾਇਰਸ ਲਾਗ ਫੈਲਣ ਨਾਲ ਜੂਝ ਰਹੇ ਹਨ। ਆਰਥਰ ਮੋਆਇਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮਾਊਂਟ ਐਵਰੈਸਟ ਤੇ ਚੜ੍ਹਾਈ ਕੀਤੀ ਸੀ ਅਤੇ ਉਹਨਾਂ ਨੇ ਇੱਕ ਹੋਰ ਅਮਰੀਕੀ ਬਿਲ ਬੁਰਕੇ ਦਾ ਰਿਕਾਰਡ ਤੋੜ ਦਿੱਤਾ।
ਸੀ ਜਿਨ੍ਹਾਂ ਨੇ 67 ਸਾਲ ਦੀ ਉਮਰ 'ਚ ਚੜ੍ਹਾਈ ਕੀਤੀ ਸੀ। ਹਾਂਗਕਾਂਗ ਦੀ 45 ਸਾਲਾ ਤਸਾਂਗ ਜਿਨਹਿੰਗ ਨੇ 25 ਘੰਟਿਆਂ ਤੇ 50 ਮਿੰਟਾਂ ਦੇ ਆਧਾਰ ਕੈਂਪ ਤੋਂ ਮਾਊਂਟ ਐਵਰੈਸਟ ਪੁੱਜੀ ਅਤੇ ਉਹ ਇਸ ਪਰਬਤ ਤੇ ਸਭ ਤੋਂ ਤੇਜ਼ੀ ਨਾਲ ਚੜ੍ਹਾਈ ਕਰਨ ਵਾਲੀ ਔਰਤ ਪਰਬਤਾਰੋਹੀ ਬਣ ਗਈ। 10 ਘੰਟਿਆਂ ਤੇ 56 ਮਿੰਟਾਂ ਚੜ੍ਹਾਈ ਕਰਨ ਦਾ ਰਿਕਾਰਡ ਸ਼ੇਰਪਾ ਗਾਈਡ ਲਖਪਾ ਗੇਲੂ ਦੇ ਨਾਂ ਤੇ ਹੈ। ਕੇਂਦਰ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਲਿਆਂਦੇ ਗਏ ਹਨ, ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਕਾਨੂੰਨ ਟੇਬਲ ਮੀਟਿੰਗਾਂ ਤੇ ਬਹਿਸ ਕਰਕੇ ਗਲਤ ਵੀ ਸਿੱਧ ਕੀਤੇ ਜਾ ਚੁੱਕੇ ਹਨ, ਕਿਉਂਕਿ ਇਹ ਕਾਨੂੰਨ ਨਾ ਹੀ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ ਦੇ ਹਿੱਤ ਵਿੱਚ ਹਨ ਤੇ ਨਾ ਹੀ ਇਹ ਦੇਸ਼ ਦੇ ਹਿੱਤ ਲਈ ਹਨ। ਸਰਕਾਰ ਵੱਲੋਂ ਇਹਨਾਂ ਕਾਨੂੰਨਾਂ ਨੂੰ ਜ਼ਬਰਦਸਤੀ ਕਿਸਾਨਾਂ ਤੇ ਥੋਪਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਏ 3 ਰੋਜ਼ਾ ਧਰਨੇ ਦੇ ਅਖੀਰਲੇ ਦਿਨ ਕੀਤੀ ਪੱਤਰਕਾਰ ਮਿਲਣੀ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕੀਤਾ। ਉਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 6 ਮਹੀਨਿਆਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਬਾਰਡਰ ਤੇ ਧਰਨਾ ਦਿੱਤਾ ਜਾ ਰਿਹਾ ਹੈ। ਆਪਣੀ ਜ਼ਿੰਮੇਵਾਰੀ ਸਮਝਦਿਆਂ ਮੋਰਚੇ ਵੱਲੋਂ ਪੱਤਰ ਲਿਖ ਕੇ ਸਰਕਾਰ ਨੂੰ ਗੱਲਬਾਤ ਦੀ ਅਪੀਲ ਵੀ ਕੀਤੀ ਜਾ ਚੁੱਕੀ ਹੈ, ਪਰ ਸਰਕਾਰ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ। ਭਾਜਪਾ ਵਰਕਰਾਂ ਵੱਲੋਂ 9 ਮੈਂਬਰੀ ਕਮੇਟੀ ਦੇ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ, ਜਦੋਂ ਵੀ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਉਸ ਲਈ ਮੋਰਚੇ ਵੱਲੋਂ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਦੇ ਫੈਸਲੇ ਨੂੰ ਹੀ ਅਸਲ ਮਾਨਤਾ ਦਿੱਤੀ ਗਈ, ਜਿਸ ਤੇ ਸੰਯੁਕਤ ਕਿਸਾਨ ਮੋਰਚੇ ਦੀ ਪੂਰੀ ਸਹਿਮਤੀ ਹੁੰਦੀ ਹੈ। ਮੋਗਾ ਦੇ ਸਿਵਲ ਹਸਪਤਾਲ ਵਿੱਚ ਮਾਸਕ ਵੰਡਣ ਆਏ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਹਾਲਾਤ ਟਕਰਾਅ ਤੱਕ ਪਹੁੰਚ ਗਏ। ਕਿਸਾਨਾਂ ਦੇ ਰੋਹ ਕਾਰਨ ਭਾਜਪਾ ਆਗੂਆਂ ਨੂੰ ਹਸਪਤਾਲ ਪਿਛਲੇ ਰਸਤੇ ਬਾਹਰ ਕੱਢਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਸਿਵਲ ਹਸਪਤਾਲ 'ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਤੇ ਹੋਰ ਭਾਜਪਾ ਆਗੂ ਮਾਸਕ ਵੰਡਣ ਆਏ ਸਨ। ਇਸ ਭਿੰਡਕ ਪੈਣ ਦੀ ਵੱਡੀ ਗਿਣਤੀ ਵਿੱਚ ਕਿਸਾਨ ਮੌਕੇ ਤੇ ਪੁੱਜੇ। ਭੜਕੇ ਕਿਸਾਨਾਂ ਨੇ ਮੋਦੀ ਸਰਕਾਰ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕੀਤੀ। ਮੌਕੇ ਤੇ ਹਾਲਾਤ ਤਣਾਅ ਵਾਲੇ ਬਣਨ ਕਾਰਨ ਪੁਲਿਸ ਨੂੰ ਭਾਜੜਾਂ ਪੈ ਗਈਆਂ ਤੇ ਸੁਰੱਖਿਆ ਦੇ ਮੱਦੇਨਜ਼ਰ ਦੁਸਹਿਰਾ ਗਰਾਊਂਡ ਨੇੜਲੀ ਸੜਕ ਬੰਦ ਕਰ ਦਿੱਤੀ ਗਈ, ਜਿਸ ਕਾਰਨ ਹੋਰਨਾਂ ਨਾਗਰਿਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਥਿਤੀ ਵਿਗੜਨ ਦੇ ਡਰੋਂ ਪੁਲਿਸ ਪ੍ਰਸ਼ਾਸਨ ਨੇ ਭਾਜਪਾ ਆਗੂਆਂ ਨੂੰ ਹਸਪਤਾਲ ਦੇ ਪਿਛਲੇ ਰਸਤਿਓਂ ਲੰਘਾਉਣਾ ਪਿਆ। ਗੁਰਦਾਸਪੁਰ ਦੇ ਕਿਸਾਨਾਂ ਵੱਲੋਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪਿਛਲੇ ਕਰੀਬ 5 ਮਹੀਨਿਆਂ ਤੋਂ ਗੁਰਦਾਸਪੁਰ ਦੇ ਪਿੰਡ ਛੀਨਾ ਵਿਖੇ ਤਿਆਰ ਹੋ ਰਹੇ ਸਾਈਲੋ ਪਲਾਂਟ ਦੀ ਉਸਾਰੀ ਕੰਮ ਬੰਦ ਕਰਵਾ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਨੂੰ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਵੱਧ ਚੜ੍ਹ ਕਿਸਾਨ ਸ਼ਾਮਲ ਹੋਣ ਲਈ ਵੱਖ ਢੰਗ ਨਾਲ ਪਿੰਡ-ਪਿੰਡ ਜਾ ਕੇ ਪ੍ਰੇਰਿਆ ਜਾ ਰਿਹਾ ਹੈ। ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਕਿਸਾਨਾਂ ਦੇ ਇਕੱਠ ਵੱਲੋਂ ਬਟਾਲਾ ਦੇ ਨੇੜਲੇ ਵੱਖ-ਵੱਖ ਪਿੰਡਾਂ 'ਚ ਜਾ ਕੇ ਢੋਲ ਅਤੇ ਗੱਡੀ ਤੇ ਸਪੀਕਰ ਲਗਾ ਕੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਦਿੱਲੀ 'ਚ ਅੰਦੋਲਨ 'ਚ ਸ਼ਾਮਲ ਹੋਣ ਦਾ ਹੋਕਾ ਦਿੱਤਾ ਜਾ ਰਿਹਾ। ਉੱਥੇ ਹੀ ਕਿਸਾਨਾਂ ਨੇ ਕਿਹਾ ਕਿ ਦਿੱਲੀ 'ਚ ਅੰਦੋਲਨ ਪੂਰੇ ਉਤਸ਼ਾਹ 'ਚ ਚੱਲ ਰਿਹਾ ਹੈ ਅਤੇ ਕਿਸਾਨ ਜਿੱਥੇ ਹੁਣ ਪੰਜਾਬ 'ਚ ਵਾਢੀ ਤੋਂ ਕੁਝ ਵੇਲੇ ਹੋਏ ਹਨ, ਹੁਣ ਦੁਬਾਰਾ ਕਾਫਲਿਆਂ ਦੇ ਰੂਪ ਵਿੱਚ ਦਿੱਲੀ ਅੰਦੋਲਨ 'ਚ ਸ਼ਾਮਲ ਹੋਣਗੇ ਅਤੇ ਇਨ੍ਹਾਂ ਕਿਸਾਨਾਂ ਦਾ ਕਹਿਣਾ ਸੀ ਕਿ ਜਦ ਤੱਕ ਕੇਂਦਰ ਸਰਕਾਰ ਅਤੇ ਦੇਸ਼ਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਕਾਨੂੰਨ ਰੱਦ ਨਹੀਂ ਕਰਦਾ, ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਉਹ ਆਪਣੇ ਪੂਰੇ ਪਰਿਵਾਰਾਂ ਨਾਲ ਇਸ ਸੰਘਰਸ਼ ਦਾ ਹਿੱਸਾ ਹੋਣਗੇ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਕਰਨ ਦੇ ਲਈ ਪਰ ਸਾਡਾ YouTube ਚੈਨਲ ਪੰਜਾਬ ਮੇਲ USA TV ਹੋਰ ਖਬਰਾਂ ਦੇ ਲਈ, ਖਾਸ ਤੌਰ ਤੇ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।